ਸੰਤੋਖ ਸਿੰਘ ਧੀਰ ਦੀ ਕਹਾਣੀ ਮੇਰਾ ਉਜੜਿਆ ਗੁਆਂਢੀ। ਜਰਨੈਲੀ ਸੜਕ ਉੱਤੇ 4 ਮੀਲਾਂ ਵਿਚਕਾਰ ਮਜ਼ਹਬ ਦੇ ਮਾਰਿਆਂ ਦਾ ਕਾਫਲਾ ਨਵੇਂ ਵਤਨ ਨੂੰ ਜਾ ਰਿਹਾ ਸੀ। ਮੈਂ ਕਿਤੇ ਬਾਹਰੋਂ ਆਪਣੇ ਪਿੰਡ ਵੱਲ ਨੂੰ ਆ ਰਿਹਾ ਸੀ। ਮੇਰੀ ਮੰਜ਼ਿਲ ਤੋਂ ਕੋਈ 2 ਕੁ ਮੀਲ ਉਰੇ ਕਾਫਲੇ ਦੇ ਅੱਧ ਵਿਚਾਲੇ ਸਾਡੀ ਲਾਰੀ ਦਾ ਕੁਝ ਵਿਗੜ ਗਿਆ। ਸਵਾਰੀਆਂ ਲੈ ਕੇ ਨਿਵਾਣ 'ਚ ਖਿੰਡ ਗਈਆਂ ਤੇ ਡਰਾਈਵਰ ਇੰਜਣ ਦਾ ਘੁੰਡ ਚੁੱਕ ਕੇ ਨੁਕਸ ਟਾਉਣ ਲੱਗਿਆ। ਸੜਕ ਦੀ ਖੱਬੀ ਕੰਨੀ ਉੱਤੇ ਸੁਸਤ ਚਾਲ 'ਚ ਗੱਡੇ ਚੀਕ ਰਹੇ ਸਨ, ਜਿਵੇਂ ਬੋਦੇ ਪਈਏ ਧੁਰਾਂ ਉੱਤੇ ਮਜਬੂਰ ਘੁੰਮਦੇ ਹੋਣ। ਭੁੱਖੇ ਹੌਂਕਦੇ ਬਲਦਾਂ ਦੀਆਂ ਲਿਫੀਆਂ ਧੌਣਾਂ ਉੱਤੇ ਟੱਬਰ ਦਾ ਭਾਰ ਸੀ। ਬਲਦ ਬਿਮਾਰਾਂ ਵਾਂਗ ਤੁਰਦੇ ਸਨ, ਜਿਵੇਂ ਉਹਨਾਂ ਦੇ ਮੁਹਾਰਚੀਆਂ ਦੇ ਦਿਲ ਉਹਨਾਂ ਦੀ ਤੋਰ ਨਾਲ ਸਹਿਮਤ ਨਾ ਹੋਣ। ਇੱਕ ਰੁੱਖੀ ਧੂੜ ਬਲਦਾਂ ਦੀਆਂ ਪੈੜਾਂ 'ਚ ਉੱਡ ਕੇ ਹਵਾ ਦੀਆਂ ਲਹਿਰਾਂ ਨੂੰ ਚੰਬੜਦੀ ਚੁਫੇਰੇ ਫੈਲ ਰਹੀ ਸੀ। ਬਲਦਾਂ ਦੇ ਗਲ ਘੁੰਗਰੂ ਨਹੀਂ ਸਨ। ਕਿਸੇ ਗੱਡੇ ਉੱਤੇ ਕੋਈ ਬਲੂਰ ਵਿਲਕਦਾ ਸੀ। ਗੱਡਿਆਂ ਉੱਤੇ ਲੋਥਾਂ ਵਰਗੇ ਭੁੱਖੇ ਪਿੰਜਰ ਬਿਟ ਝਾਕਦੇ ਸਨ। ਬਸ ਉਹ ਚੁੱਪਚਾਪ ਝਾਕੀ ਜਾਂਦੇ ਸਨ। ਉਹਨਾਂ ਦੇ ਪੀਲੇ ਚਿਹਰੇ ਧੂੜ ਨਾਲ ਖਾਕੀ ਬਣ ਗਏ। ਸੜੀ ਤਰੱਕੀ ਜ਼ਿੰਦਗੀ ਉੱਤੇ ਮੱਖੀਆਂ ਭਿਣਕਦੀਆਂ ਤੇ ਇੱਕ ਬਦਬੂ ਹਵਾ ਦੇ ਖੁਸ਼ਕ ਫਰਾਟਿਆਂ ਨਾਲ ਖਿਲਾ ਨੂੰ ਹੁੱਟ ਰਹੀ ਸੀ। ਮੈਂ ਚਾਹਿਆ ਉਜੜੇ ਜਾਂਦਿਆਂ ਨੂੰ ਜਾਂਦੀ ਵਾਰ ਦਾ ਨੇੜੇ ਹੋ ਕੇ ਦੇਖ ਲਵਾਂ। 2 ਲਾਂਘਾਂ ਮੈਨੂੰ ਸੜਕ ਦੀ ਚਿੱਬ ਖੜੀਬੀ ਸੱਜੀ ਕੰਨੀ ਉੱਤੇ ਲੈ ਗਈਆਂ। ਇੱਕ ਮੋਹਰਿਓਂ ਗੱਡੇ ਖੜੋਣੇ ਸ਼ੁਰੂ ਹੋ ਗਏ। ਸ਼ਾਇਦ ਕਾਫਲਾ ਰੋਕਿਆ ਗਿਆ ਸੀ। ਮੈਂ ਸੁਰਮਈ ਸੜਕ ਉੱਤੇ ਹੋ ਗਿਆ ਤੇ ਬਿੰਦ ਦੀ ਬਿੰਦ ਇੱਕ ਗੱਡੇ ਨੂੰ ਤੱਕਦਾ ਲੰਮੀ ਕਤਾਰ ਦੇ ਨਾਲੋਂ ਨਾਲ ਹੌਲੀ ਤੁਰਨ ਲੱਗਿਆ। ਕਿਸੇ ਗੱਡੇ ਉੱਤੇ ਜਦ ਕੋਈ ਉਦਾਸ ਅੱਖਾਂ ਕਿਤੇ ਮੇਰੇ ਵੱਲ ਝਮਕ ਪੈਂਦੀਆਂ ਤਾਂ ਝੱਟ ਮੈਨੂੰ ਦੇਖਣੋਂ ਟਲ ਜਾਂਦੀਆਂ। ਹਰ ਗਾਡੀਆ ਮੇਰੀ ਸ਼ਕਲ ਤੋਂ ਇੱਕ ਵੇਰ ਦੜ ਜਾਂਦਾ, ਜਿਵੇਂ ਉਹਨਾਂ ਨੂੰ ਮੇਰੀਆਂ ਅੱਖਾਂ 'ਚ ਬਰਛੇ ਚਮਕਦੇ ਦਿਸਦੇ ਹੋਣ। ਮੈਂ ਸੁਰਮਈ ਸੜਕ ਤੋਂ ਹਟ ਕੇ ਮੁੜ ਕੱਚੀ ਪਟੜੀ ਤੇ ਹੋ ਗਿਆ। ਕੋਈ 3 ਗੱਡਿਆਂ ਪਿੱਛੋਂ ਅਚਾਨਕ ਇੱਕ ਗਾਡੀਏ ਨੇ ਮੇਰੇ ਵੱਲ ਤੱਕਿਆ। ਉਹਦੀਆਂ ਨਜ਼ਰਾਂ ਟਲਦੀਆਂ ਮੁੜ ਕਰਾਰ ਫੜ ਗਈਆਂ। ਉਸ ਫੇਰ ਤੱਕਿਆ ਤੇ ਪਲ ਦੀ ਪਲ ਉਹਦੇ ਚਿਹਰੇ ਉੱਤੇ ਭਾਗ ਜਿਹਾ ਫਿਰ ਗਿਆ। ਉਹਦੀਆਂ ਅੱਖਾਂ 'ਚ ਲਿਸ਼ਕ ਆਈ, ਜਿਹੜੀ ਇਸ ਕਾਫਲੇ 'ਚ ਬਿਲਕੁਲ ਹੋਣੀ ਹੋ ਸਕਦੀ ਸੀ। ਗਾਡੀ ਨੇ ਠੋਡ ਉੱਤੇ ਪੱਬ ਧਰਿਆ ਤੇ ਇੱਕ ਛਲਾਂਗ ਨਾਲ ਗੱਡਿਓਂ ਲੈ ਕੇ ਮੇਰੇ ਵੱਲ ਨੂੰ ਵਧਿਆ, ਜਿਵੇਂ ਉਹਦੀ ਛਾਤੀ 'ਚ ਕੋਈ ਗੋਲਾ ਫੁੱਟ ਗਿਆ ਹੋਵੇ। ਉਹਦੀਆਂ ਖਾਖਾਂ ਉੱਤੇ ਮਾਸ ਕੰਬਿਆ ਤੇ ਉਹਦੀ ਭੁੱਬ ਨਿਕਲ ਗਈ। ਓਹੋ ਦੁੱਲਿਆ, ਬੜਾ ਮਾੜਾ ਹੋ ਗਿਆ ਯਾਰ, ਡੱਕੇ ਵਰਗਾ, ਪਛਾਣਿਆ ਵੀ ਨਹੀਂ ਗਿਆ। ਮੈਂ ਉਹਨੂੰ ਦੇਖ ਕੇ ਆਖਿਆ। ਦੁੱਲੇ ਦੀ ਭੁੱਬ ਨੇ ਗੱਡੇ ਉੱਤੇ ਨਿੱਸਲ ਪਈ ਲੁਟਕਦੀ ਬੇਸੁਰਤ ਜੈਨਬ ਦੇ ਕਾਲਜੇ ਉੱਤੇ ਧੱਕ ਮਾਰਿਆ। ਪਿਓ ਦਾ ਰੋਣ ਸੁਣ ਕੇ ਧੀਆਂ ਕਬਰਾਂ 'ਚੋਂ ਜਾਗ ਪੈਂਦੀਆਂ ਨੇ। ਬਾਈ ਤੂੰ ਉਰੇ ਆ ਜਾ, ਜੈਨਬ ਨੇ ਮਰੀ ਹੋਈ ਆਵਾਜ਼ 'ਚ ਆਖਿਆ। ਉਹਦੀਆਂ ਅੰਦਰਾਂ ਨੂੰ ਜਿਵੇਂ ਸੁੰਨ ਚੜ੍ਹਦਾ ਸੀ। ਉਹਨੇ ਮੈਨੂੰ ਪਛਾਣਿਆ ਨਹੀਂ ਸੀ ਤੇ ਗੱਡੇ ਤੋਂ ਦੂਰ ਹੁੰਦੇ ਪਿਓ ਨੂੰ ਮੌਤ ਦੀਆਂ ਦਾੜਾਂ 'ਚ ਜਾਂਦਾ ਸਮਝਦੀ ਸੀ। ਦੁੱਲਿਆ ਬਸ ਵੀਰ, ਹੁਣ ਆਪਾਂ ਕੋਈ ਗੱਲ ਕਰੀਏ। ਮੈਂ ਦੁੱਲੇ ਨੂੰ ਵਰਾਉਣ ਲਈ ਮੋਢਿਓਂ ਫੜ ਕੇ ਜ਼ਰਾ ਜਿੰਨਾ ਝੂਣਿਆ। ਉਹਦੀ ਵੀਣੀ ਹੰਝੂਆਂ ਨਾਲ ਤਰ ਹੋ ਗਈ। ਉਹਨੇ ਟੁੱਟਵੇਂ ਹੌਕੇ ਲੈਂਦਿਆਂ ਝੱਗੇ ਦੇ ਮੈਲੇ ਪੱਲੇ ਨਾਲ ਨੱਕ ਤੇ ਅੱਖਾਂ ਪੂੰਝੀਆਂ, ਰੋ ਕੇ ਹੰਭੀਆਂ ਲਾਲ ਪਿੰਜੂ ਅੱਖਾਂ ਨਾਲ ਮੇਰੇ ਵੱਲ ਹੌਲਾ ਜਿਹਾ ਹੋ ਕੇ ਤੱਕਿਆ ਤੇ ਇੱਕ ਨਿੰਮੇ ਹੁਲਾਸ 'ਚ ਹੌਲੀ ਜਿਹੀ ਧੌਣ ਫੇਰ ਕੇ ਆਪਣੀ ਧੀ ਨੂੰ ਆਖਿਆ, ਪੁੱਤ ਜ਼ੈਨਬੇ, ਆ ਗੁਰਬਚਨ ਸਿਉਂ ਖੜਾ ਹੈ, ਆਪਣਾ ਪੜੋਸੀ, ਮਿਲ ਲੈ। ਉਹਦੀਆਂ ਢਿੱਲੀਆਂ ਬਾਹਾਂ ਨੇ ਢਾਕਾਂ ਉੱਤੇ ਆਸਰਾ ਲੈ ਕੇ ਕੂਹਣੀਆਂ ਕੱਢ ਲਈਆਂ ਤੇ ਉਹਦੇ ਲੱਕ ਉੱਤੋਂ ਟੁੰਗੇ ਅਧੀਆ ਤੰਬੇ ਦੀ ਇੱਕ ਝੋਲ ਖੱਚਾਂ ਉੱਤੇ ਫਲਕਦੀ ਸੀ। ਮੇਰਾ ਨਾਂ ਸੁਣ ਕੇ ਜੈਨਬ ਦੇ ਵੈਣ ਫੁੱਟ ਪਏ। ਉਹਦੀਆਂ ਵੱਖੀਆਂ 'ਚ ਸਾਹ ਖਿੱਚਣ ਜੋਗੀ ਵੀ ਸੱਤ ਨਹੀਂ ਸੀ, ਪਰ ਰੋਣ ਲਈ ਜਿਵੇਂ ਉਹਦੇ 'ਚ ਉਚੇਚਾ ਜ਼ੋਰ ਆ ਗਿਆ ਹੋਵੇ। ਉਹਦੇ ਕੀਰਨਿਆਂ ਨੇ ਬਲਦਾਂ ਦੀਆਂ ਅੱਖਾਂ 'ਚ ਘਰਾਲਾਂ ਵਗਾ ਘੱਤੀਆਂ। ਦੁੱਲਾ ਸਾਡੇ ਪਿੰਡ ਦਾ ਕਹਿੰਦਾ ਕਹਾਉਂਦਾ ਰਾਠ ਗੁੱਜਰ ਸੀ। 20 ਕੋਹਾਂ 'ਚ ਉਹਦੀ ਧਾਂਕ ਸੀ। ਸਾਰੇ ਪਿੰਡ ਦਾ ਚੌਣਾ ਉਹੀ ਝਾੜਦਾ ਹੁੰਦਾ ਸੀ ਤੇ ਨਾਲੇ ਉਹ ਬੱਕਰੀਆਂ ਦਾ ਆਪਣਾ ਇੱਜੜ ਵੱਖ ਪਾਲਦਾ ਸੀ। ਉਹਦੀ ਸਪੁਰਦਗੀ ਵਿੱਚ ਕਦੇ ਇਹ ਨਹੀਂ ਸੀ ਹੋਇਆ ਵੀ ਸਾਡੇ ਪਿੰਡ ਦਾ ਕੋਈ ਡੰਗਰ ਖੇਤ 'ਚ ਵੜ ਜਾਣ ਤੋਂ ਕਿਸੇ ਦੂਜੇ ਪਿੰਡ ਨੇ ਫਾਟਕ ਦੇ ਲਿਆ ਹੋਵੇ। ਇੱਕੋ ਵੀਹੀ 'ਚ ਘਰ ਹੋਣ ਕਰਕੇ ਸਾਡਾ ਤੇ ਉਹ ਖਾਸ ਕਰ ਗੁਆਂਢੀ ਸੀ। ਵਡਾਰੂਆਂ ਤੋਂ ਲੈ ਕੇ ਉਹਨਾਂ ਨਾਲ ਸਾਡਾ ਵਾਹ ਚੱਲਿਆ ਆਇਆ ਸੀ। ਸਾਡੇ ਪਿਛੋਕੜ ਪਸ਼ੂਆਂ ਦੇ ਵਾੜੇ ਨਾਲ ਹੀ ਉਹਦੀਆਂ ਬੱਕਰੀਆਂ ਦਾ ਵਾੜਾ ਸੀ। ਮੇਰਾ ਪਿਓ ਦੱਸਦਾ ਹੁੰਦਾ ਹੈ ਕਿ ਦੁੱਲੇ ਦੇ ਤਾਈ ਸੁਲੇਮਾਨ ਨੇ ਉਹਨੂੰ ਇੱਕ ਵਾਰ ਭਰੋਸਾ ਦਿੱਤਾ ਸੀ, ਸੌਣ ਸਿਆਂ ਆ ਤੇਰਾ ਸਾਡਾ ਮਾਲ ਕੋਈ 2 ਤਾਂ ਨਹੀਂ, ਤੂੰ ਸੌਂ ਰਿਹਾ ਕਰ ਘਰੇ ਬੇਫਿਕਰ ਹੋ ਕੇ, ਅਸੀਂ ਕੋਈ ਥੱਕਦੇ ਨਹੀਂ ਤੇਰੇ ਡੰਗਰ ਸਾਂਭਦੇ। ਉਦੋਂ ਤੋਂ ਹੀ ਅਸੀਂ ਕਦੇ ਆਪਣੇ ਲਵੇਰਿਆਂ ਪਾਸ ਮੰਜਾ ਨਹੀਂ ਸੀ ਡਾਹਿਆ।
ਜ਼ੈਨਬ ਮੇਰੀਆਂ ਭੈਣਾਂ ਦੀ ਗੂੜੀ ਸਹੇਲੀ ਸੀ। ਉਹਨਾਂ ਜਦੋਂ ਰਲ ਕੇ ਤ੍ਰਿੰਜਣੀ ਬੈਠਣਾ ਤਾਂ ਪੈਰ ਦੇ ਤੜਕੇ ਤੀਕ ਛੋਪ ਪਾਉਂਦੇ ਰਹਿਣਾ। ਇਕੱਠੀਆਂ ਤੀਆਂ ਗਾਉਣੀਆਂ, ਪੀਂਘਾਂ ਝੂਟਣੀਆਂ। ਉਹਨਾਂ ਦੀ ਸੂਆ 72 ਇੱਕ ਹੁੰਦੀ ਸੀ। ਰਲ ਕੇ ਉਹ ਬੜੇ ਸੋਹਣੇ ਫੁਲਹਿਰੇ ਬੋਈਏ ਗੁੰਦਦੀਆਂ ਸਨ। ਸਾਡੀਆਂ ਡੱਬ ਖੜਬੀਆਂ ਦਰੀਆਂ ਉਹਨਾਂ ਦੀਆਂ ਸਾਂਝੀਆਂ ਰੀਝਾਂ ਦੀਆਂ ਰੰਗਲੀਆਂ ਮੂਰਤਾਂ ਸਨ। ਜ਼ੈਨਬ ਦਾ ਦਾਜ ਮੇਰੀਆਂ ਭੈਣਾਂ ਨੇ ਰਲ ਕੇ ਤਿਆਰ ਕਰਵਾਇਆ ਸੀ ਤੇ ਹੁਣ ਜ਼ੈਨਬ ਮੇਰੀਆਂ ਭੈਣਾਂ ਦਾ ਦਾਜ ਨਾਲ ਲੱਗ ਕੇ ਬਣਵਾ ਰਹੀ ਸੀ। ਜ਼ੈਨਬ ਬਿਲਕੁਲ ਮੈਨੂੰ ਆਪਣੀ ਸਕੀ ਭੈਣ ਜਾਪਦੀ ਸੀ। ਉਹਨੇ ਵੀਰ ਤੋਂ ਬਿਨਾਂ ਮੈਨੂੰ ਕਦੇ ਮੂੰਹ ਨਹੀਂ ਸੀ ਖੋਲ੍ਹਿਆ। ਜੇ ਕਦੇ ਉਹ ਮੇਰੀ ਕਿਸੇ ਭੈਣ ਨਾਲ ਝਾਟੀ ਹੋ ਪੈਂਦੀ ਤਾਂ ਮੈਥੋਂ ਨਿਰਣਾ ਨਹੀਂ ਸੀ ਹੋ ਸਕਦਾ ਵੀ ਕਿਹਦਾ ਕਸੂਰ ਕੱਢਾਂ, ਕਿਹਨੂੰ ਘੂਰਾਂ। ਜਦੋਂ ਡੋਲੀ ਪੈਣ ਲੱਗੀ ਸੀ, ਉਹਨਾਂ ਦੀਆਂ ਮੇਲਣਾਂ ਨਾਲ ਮੇਰੀਆਂ ਭੈਣਾਂ ਨੇ ਵੀ ਰੋ ਰੋ ਕੇ ਹੋਰੇ ਲਾਏ ਸਨ। ਭਾਵੇਂ ਉਹਨਾਂ ਦੀਆਂ ਛੀਟਾਂ ਪਹਿਰੀਆਂ ਤੇ ਚਾਂਦੀ ਮੜੀਆਂ ਮੇਲਣਾਂ ਵਿੱਚ ਮੇਰੀਆਂ ਸਾਦੀਆਂ ਭੈਣਾਂ ਉਪਰੀਆਂ ਲੱਗਦੀਆਂ ਸਨ, ਪਰ ਮੈਂ ਰੂਹਾਂ 'ਚੋਂ ਫੁੱਟੇ ਦਰਦੀਲੇ ਹੋਰਿਆਂ ਵਿੱਚੋਂ ਆਪਣੀਆਂ ਭੈਣਾਂ ਦਾ ਬੋਲ ਪਛਾਣ ਨਹੀਂ ਸੀ ਸਕਿਆ। ਉਹਦੇ ਵੀਰ ਤੇ ਪਿਓ ਨੇ ਆਪਣੀਆਂ ਨਿਮਾਣੀਆਂ ਪੱਗਾਂ ਦੇ ਕੰਨਾਂ ਉੱਤੋਂ ਲਮਕਦੇ ਗਰੀਬ ਲੜਾਂ ਨਾਲ ਅੱਖੀਆਂ ਪੂੰਝੀਆਂ ਸਨ। ਉਹ ਭਾਵੇਂ ਰਾਠ ਸਨ, ਪਰ ਧੀਆਂ ਨੂੰ ਤੋਰਨ ਵੇਲੇ ਬੜੇ ਖੱਬੀ ਖਾਨ ਵੀ ਤਾਂ ਮੁੱਚ ਕੇ ਗਰੀਬ ਹੋ ਜਾਂਦੇ ਹਨ। ਜ਼ੈਨਬ ਆਪਣੇ ਮਾਮੇ ਦੇ ਕਲਾਵੇ 'ਚ ਉਹਦੇ ਗਲ ਨੂੰ ਚੰਬੜੀ ਇੱਕ ਅਜੀਬ ਕੰਬਦੀ ਲੈ ਚੂੰ ਕਰਕੇ ਰੋ ਰਹੀ ਸੀ। ਇਸ ਲੈ ਨਾਲ ਜੀਵਨ 'ਚ ਤੀਵੀਂ ਸ਼ਾਇਦ ਇੱਕੋ ਵਾਰ ਰੋਂਦੀ ਹੋਵੇ। ਉਹਦੇ ਰੋਣ ਦੀ ਥਰਕਦੀ ਲੈ 'ਚ ਮੇਰਾ ਦਿਲ ਘੁਲਦਾ ਜਾ ਰਿਹਾ ਸੀ, ਜਿਵੇਂ ਮੇਲ ਦੀਆਂ ਲਹਿਰਾਂ ਦੇ ਛੋਣ ਨਾਲ ਦਰਿਆ ਦੇ ਕੰਢੇ ਖੁਰ ਜਾਂਦੇ ਹਨ। ਦੋ ਹੰਝੂ ਮੇਰੀਆਂ ਵੀ ਝਿਮਣੀਆਂ 'ਚੋਂ ਨੁੱਚੜ ਕੇ ਗੋਲ ਕਣੀਆਂ ਬਣ ਗਏ ਸਨ। ਉਹੀ ਜ਼ੈਨਬ ਮੈਨੂੰ ਉਪਰਾ ਕਰ ਰਹੀ ਸੀ, ਜਿਵੇਂ ਉਹਦੇ ਦਿਲ ਵਿੱਚੋਂ ਵਿਸਾਹ ਉੱਡ ਗਿਆ ਹੋਵੇ। ਉਹਦੇ ਅੰਦਰ ਕੋਈ ਪਾਲਾ ਜਾਪਦਾ ਸੀ। ਵੀਰ ਕਰਦੀਆਂ ਕਿਹੜਾ ਵੱਡੀਆਂ ਨਹੀਂ ਗਈਆਂ। ਹਿੱਕ ਮੇਰੀ ਵਿੱਚ ਵੀ ਛੁਰੀਆਂ ਚੱਲ ਰਹੀਆਂ ਸਨ। ਭੈਣ ਨੂੰ ਅੱਜ ਵੀਰ ਦਾ ਭਰੋਸਾ ਨਹੀਂ ਰਿਹਾ। ਉਸੇ ਜ਼ੈਨਬ ਦਾ ਅੰਦਰ ਅੱਜ ਮੇਰੇ ਪਛਤਾਵੇ ਤੋਂ ਕੰਬਦਾ ਸੀ, ਜਿਹੜੀ ਵਿਆਹੁਲੀ ਮੁੜ ਕੇ ਆਈ ਮੈਨੂੰ ਇਸ ਤਰ੍ਹਾਂ ਗਲਵੱਕੜੀ ਪਾ ਕੇ ਚੰਬੜੀ ਸੀ ਜਿਵੇਂ ਆਪਣੇ ਵੀਰ ਜਮਾਲੇ ਨੂੰ। ਚੰਗਾ ਗੁਰਬਚਨ ਸਿਆਂ, ਤੂੰ ਮਿਲ ਗਿਆ। ਅਖੀਰੀ ਮੇਲੇ। ਦੁੱਲੇ ਨੇ ਸੰਗ 'ਚ ਰੁਕੇ ਗੁਬਾਰ ਦਾ ਘੁੱਟ ਭਰਿਆ। ਮਸੀਂ ਰਾਹ ਲੱਭ ਕੇ ਤਿੰਗੜਦੇ ਹੋਏ ਉਹਦੇ ਅੰਦਰੋਂ ਬੋਲ ਆਇਆ, ਸਮੇਂ ਦਾ ਗੇੜ ਹੈ ਦੁੱਲਿਆ, ਕੋਈ ਵਾਈ ਚੰਦਰੀ ਵਗ ਗਈ। ਚੰਗੇ ਭਲੇ ਆਦਮੀ ਪਸ਼ੂ ਬਣ ਗਏ। ਅੱਲਾ ਜਾਣਦਾ ਬਚਨ ਸਿਆਂ, ਅਸੀਂ ਤਾਂ ਕਿਸੇ ਦਾ ਕੁਛ ਨਹੀਂ ਸੀ ਵਿਗਾੜਿਆ। ਬੇਦੋਸ਼ਿਆਂ ਨੇ ਦੁੱਲੇ ਦੀਆਂ ਖੂੰਜਿਆਂ ਕੋਲੋਂ ਹੇਠਾਂ ਨੂੰ ਲਮਕੀਆਂ ਹੋਈਆਂ ਢਿੱਲੀਆਂ ਬਰੀਕ ਮੁੱਛਾਂ ਕੰਬ ਗਈਆਂ ਤੇ ਉਹਦੀ ਦਾੜੀ ਦੇ ਵਾਲ ਬੁਰਸ਼ ਵਾਂਗ ਆਕੜੇ ਖੜੇ ਸਨ, ਜਿਨ੍ਹਾਂ ਵਿੱਚੋਂ ਅੱਟੀ ਹੋਈ ਧੂੜ ਦੀ ਕਸਮੈਲ ਝਾਕਦੀ ਸੀ। ਸੱਚ ਨੂਰਾਂ, ਜੀਨਾ, ਕੈਮੀ ਤੇ ਛੋਟੀ ਮੁੰਨੀ ਫਾਤਾ ਨਹੀਂ ਦਿਸੇ। ਸਭ ਨੂੰ ਆਪੋ ਆਪਣੀ ਪੈ ਗਈ। ਭਾਜੜ 'ਚ ਨਿਆਣਿਆਂ ਨੂੰ ਕਿਹਨੇ ਸਾਂਭਿਆ? ਪੀਰੂ ਡੂਮ ਦੇ ਪੁੱਤ ਨਜੀਰ ਨੇ ਦੱਸਿਆ ਵੀ ਉਹ ਗੋਰੇ ਦੀਆਂ ਚਰਾਂਦਾਂ 'ਚ ਥੇ ਕੋਲ ਪਾੜੇ ਗਏ, ਜਿੱਥੋਂ ਉਹ ਲਾਲ ਡੀਕਰੀਆਂ ਚੁੱਕ ਕੇ ਟੋਭੇ 'ਚ ਕਾਤਰੀ ਚਲਾਉਂਦੇ ਹੁੰਦੇ ਸੀ। ਦੁੱਲੇ ਦੀਆਂ ਆਂਦਰਾਂ ਨੇ ਜਿਵੇਂ ਕੋਈ ਚੁੱਪ ਰੋਣ ਝੋ ਦਿੱਤਾ ਹੋਵੇ। ਉਹਦੇ ਮਿਚੇ ਮਚਾਏ ਬੁੱਲ ਤੇ ਠੋਡੀ ਉੱਤੇ ਗਮ ਕੰਬ ਗਿਆ। ਮੈਂ ਜ਼ੈਨਬ ਤੇ ਉਹ ਗਾਮ ਦਾ ਛੋਟਾ ਜਾਤਕ ਹਸਨਾ 4 ਦਿਨ 4 ਰਾਤਾਂ ਇੱਕ 'ਚ ਲੁਕੇ ਰਹੇ ਤੇ ਇੱਕ ਰਾਤ ਜਦ ਅੰਬਰਾਂ ਉੱਤੋਂ ਧਰਤੀ ਉੱਤੇ ਹਨੇਰ ਘਿਰ ਗਿਆ, ਦਾਲ ਆ ਕੇ ਰੋਜ਼ੀ ਜਾ ਲੁਕੇ ਤਾਂ ਜਾਨ ਬਚੀ। ਖੈਰ ਚੰਗਾ ਦੁੱਲਿਆ, ਤੇਰੀ ਜਾਨ ਬਚ ਗਈ। ਸਭ ਕੁਝ ਮੁੜ ਕੇ ਸੰਵਰ ਜੂ। ਅੱਛਾ, ਸ਼ੁਕਰ ਹੈ ਉਸ ਮਾਲਕ ਦਾ। ਦੁੱਲੇ ਨੇ ਅਸਮਾਨ ਵੱਲ ਨੂੰ ਅਦਬ ਦੀ ਸੈਨਤ ਕਰਕੇ ਵੇਖਿਆ। ਦੂਰ ਉੱਚੀ ਸਾਰੇ ਕਾਵਾਂ ਦੀ ਡਾਰ ਉੱਡਦੀ ਸਾਡੇ ਪਿੰਡ ਵੱਲ ਨੂੰ ਜਾ ਰਹੀ ਸੀ। ਦੁੱਲੇ ਦੀਆਂ ਅੱਖਾਂ 'ਚ ਰੀਸ ਦਾ ਲਾਲਚ ਆਇਆ। ਜੇ ਮੈਂ ਕਿਵੇਂ ਕਾਂ ਬਣ ਜਾਵਾਂ, ਜਾਂਦੀ ਵਾਰੀ ਆਪਣੇ ਪਿੰਡ ਦੇ ਬਨੇਰਿਆਂ ਤੋਂ ਰੱਜ ਕੇ ਉੱਡਾਵਾਂ। ਮੇਰੀ ਜਾਨ ਨੂੰ ਕੋਈ ਧੋਖਾ ਨਹੀਂ ਹੋਏਗਾ। ਮੇਰਾ ਕਿਹੜਾ ਕੋਈ ਮਜ਼ਹਬ ਹੋਣਾ। ਡਾਰ ਦੂਰ ਲੰਘ ਗਈ, ਜਿਉਂ ਕਾਵਾਂ ਦਾ ਮੱਛਰ ਬਣ ਗਿਆ ਹੋਵੇ। ਦੁੱਲੇ ਨੇ ਡਾਰ ਦੀ ਦੂਰੀ ਜਿੰਨਾ ਲੰਮਾ ਹੌਕਾ ਸੂਤਿਆ। ਪੁੱਤ ਜਨਬੇ, ਕਰ ਲੈ ਕੋਈ ਗੱਲ, ਤੂੰ ਵੀ ਵੀਰ ਖੜਾ। ਦੁੱਲੇ ਨੇ ਕੁੜੀ ਉੱਤੇ ਤਰਸ ਲਾਡ ਨਾਲ ਝਾਕਦਿਆਂ ਕਿਹਾ। ਜ਼ੈਨਬ ਦੇ ਕੀਰ ਨੇ ਹੁਣ ਟੁੱਟਵੇਂ ਡੁਸਕਾਰੇ ਬਣ ਗਏ। ਉਹਨੇ ਰੋ ਰੋ ਕੇ ਲਹੂਰ ਕਰ ਲਏ ਸਨ। ਉਹਦੀਆਂ ਫਾਵੇ ਹੋਈਆਂ ਚੁੰਨੀਆਂ ਅੱਖਾਂ ਪਾਣੀ 'ਚ ਡੁੱਬੀਆਂ ਸੂਈਆਂ ਮੱਛੀਆਂ ਵਾਂਗ ਲੱਗਦੀਆਂ। ਉਹਨੇ ਘਿੱਗੀ ਖੋਲ੍ਹੀ। ਵੀਰ ਤੂੰ ਸਾਨੂੰ ਅਜੇ ਵੀ ਰੱਖ ਲੈ, ਅਸੀਂ ਤੇਰੇ ਧਰਮ 'ਚ ਆ ਜਾਂਦੇ ਹਾਂ। ਭੈਣ ਮੇਰਾ ਧਰਮ ਅੱਜ ਕੋਈ ਨਹੀਂ। ਜੇ ਮੇਰਾ ਧਰਮ ਹੁੰਦਾ ਤਾਂ ਮੇਰੇ ਸਾਹਮਣੇ ਤੁਸੀਂ ਉੱਜੜਦੇ ਨਾ। ਵੀਰ ਚੰਗਾ।
ਜੈਨਬ ਨੇ ਪਲ ਦੀ ਪਲ ਮੇਰੇ ਵੱਲ ਅੱਖਾਂ ਪਾੜ ਕੇ ਤੱਕਿਆ, ਜਿਵੇਂ ਉਹ ਹਨੇਰੇ 'ਚ ਕੋਈ ਔਟਲੀ ਕਿਰਨ ਤਲਾਸ਼ਦੀ ਹੋਵੇ। ਪਰ ਝੱਟ ਹੀ ਉਹਦੀਆਂ ਅੱਧ-ਬੁਝੀਆਂ ਅੱਖਾਂ ਉੱਤੇ ਧੌਲੀਆਂ ਭਿੰਫੜਾਂ ਲੈ ਗਈਆਂ। ਉਹਦੇ ਦਿਲ 'ਤੇ ਇੱਕ ਚੀਕ ਪੈ ਗਈ। ਉਹਨੇ ਮਹਿਸੂਸ ਕੀਤਾ ਭੈਣ ਨੂੰ ਘਰ ਵੱਲ ਆਉਂਦਿਆਂ ਵੇਖ ਕੇ ਨਮੋਏ ਵੀਰ ਨੇ ਦਰ ਭੇੜ ਲਏ। ਚੰਗਾ ਬਚਨ ਸਿਆ, ਪਿੰਡ ਦੇ ਦਰਵਾਜ਼ੇ ਨੂੰ ਮੇਰਾ ਸਲਾਮ ਕਹੀਂ ਤੇ ਮੀਂਹ ਕਣੀ 'ਚ ਸਾਡੇ ਕੋਠੇ ਦੀ ਸੋਗਮਈ ਵਿਰਲ ਚੋਆ ਨਾ ਖੁੱਲ੍ਹ ਜਾਏ। ਮੇਰੇ ਪੜਦਾਦੇ ਦੇ ਵਕਤਾਂ ਤੋਂ ਉਹਦੀ ਛੱਤ ਸਾਨੂੰ ਓਟ ਕਰਦੀ ਆਈ ਹੈ। ਸੁੰਨੇ ਘਰਾਂ ਦੇ ਲਿਓੜ ਲੈ ਲੈ ਕੇ ਖੋਲੇ ਬਣ ਜਾਂਦੇ ਨੇ। ਤੇਰੇ ਕੋਠੇ ਦੀ, ਮੇਰੇ ਮੂੰਹ ਸੱਚ ਫੁੱਟਣ ਲੱਗਾ ਸੀ ਕਿ ਤੇਰੇ ਕੋਠੇ ਦੀ ਛੱਤ ਨੇ ਦੁੱਲਿਆ ਤੈਨੂੰ ਬੰਨਾ ਨਹੀਂ ਟੱਪਣ ਦਿੱਤਾ। ਤੇਰੇ ਜਾਂਦਿਆਂ ਉਹਦੇ 'ਚ ਭੰਬੂਕੇ ਬਲ ਉੱਠੇ। ਨੀਲੀਆਂ ਜੀਭਾਂ ਵਾਲੀਆਂ ਅੱਗਾਂ ਦੀਆਂ ਲਾਟਾਂ ਸੱਪਣੀਆਂ ਵਾਂਗ ਸ਼ੂਕ ਉੱਡਦੀਆਂ ਸਨ, ਜਿਨ੍ਹਾਂ ਦੀ ਲਪੇਟ 'ਚ ਤੇਰੇ ਬੋਦੇ ਕੋਠੇ ਦੀਆਂ ਕੁੱਬੀਆਂ ਕੜੀਆਂ ਤਿੜ ਕਰਕੇ ਮੁੱਕ ਗਈਆਂ ਤੇ ਥੋੜੇ ਕੋਠੇ ਦੀਆਂ ਧੁਆਂਖੀਆਂ ਤੇ ਬੇਵਾਰਸ ਕੰਧਾਂ ਉੱਤੇ ਜ਼ਹਿਰੀ ਲਾਟਾਂ ਨੇ ਡੰਗਾਂ ਨੇ ਕਾਲੇ ਚਟਾਕ ਪਾ ਦਿੱਤੇ। ਪਰ ਸੱਚ ਕਈ ਵਾਰ ਸੇਲੇ ਵਾਂਗ ਵੱਜਦਾ ਹੈ, ਇੰਨਾ ਦੁੱਖ ਦਿੰਦਾ ਹੈ ਕਿ ਅਸੀਂ ਉਸ ਬਾਰੇ ਨਿਸ਼ਚਿੰਤ ਹੁੰਦੇ ਹੋਏ ਵੀ ਉਹਨੂੰ ਝੂਠ-ਮੂਠ ਸੁਣ ਕੇ ਰੂਹ ਦੀ ਖੁਸ਼ੀ ਲੈਂਦੇ ਹਾਂ। ਦੁੱਖ ਦੇ ਦਿਲ ਉੱਤੇ ਇੱਕ ਹੋਰ ਸੇਲਾ ਕਿਉਂ ਗੱਡਾ? ਮੈਂ ਉਹਨੂੰ ਸੱਚ ਦੱਸਦੇ ਰੁਕ ਗਿਆ ਤੇ ਮਲਵੀ ਜੀਭ ਨਾਲ ਆਖਤਾ, ਤੂੰ ਬੇਫਿਕਰ ਰਹੋ ਦੁੱਲਿਆ, ਤੇਰੇ ਘਰ ਦੀ ਮੈਂ ਬਿੜਕ ਰੱਖੂੰਗਾ। ਅਸੀਂ ਸੜਕ ਦੀ ਕੱਚੀ ਪਟੜੀ ਉੱਤੇ ਲੈ ਕੇ ਨਿਵਾਨ ਹੋ ਗਏ। ਰਾਖੇ ਫੌਜੀਆਂ ਦੀ ਇੱਕ ਮਿੱਡੀ ਲਾਰੀ ਅੱਧੀ ਕੱਚੀ ਤੇ ਅੱਧੀ ਪੱਕੀ ਸੜਕ ਉੱਤੇ ਬੁੜਕਦੀ ਆ ਰਹੀ। ਘੂੰ ਕਰਦੀ ਬੁੜਕਦੀ ਲਾਰੀ ਸਾਡੇ ਕੋਲੋਂ ਗੁਜ਼ਰ ਗਈ। ਧੂੜ ਦਾ ਇੱਕ ਭਾਰਾ ਬੱਦਲ ਧਰਤੀ ਉੱਤੋਂ ਉੱਡ ਕੇ ਪੁਲਾੜ 'ਚ ਖਿੰਡਣ ਲੱਗਿਆ। ਦੂਰ ਤੀਕ ਇਸ ਮੇਲ ਦੇ ਬੱਦਲ ਤੋਂ ਸੰਗੀਨਾਂ ਦੀਆਂ ਤਿੱਖੀਆਂ ਜੀਭਾਂ ਲਿਸ਼ਕਦੀਆਂ ਜਾ ਰਹੀਆਂ ਸਨ। ਬੱਦਲ ਹੰਭ ਕੇ ਪਤਲਾ ਪੈ ਗਿਆ। ਧੂੜ ਦੀ ਖੁਸ਼ਕ ਧੌਲਕ ਕਾਫਲੇ ਉੱਤੇ ਕਿਰ ਜੰਮਦੀ ਗਈ। ਚੰਗਾ ਗੁਰਬਚਨ, ਅੱਲਾ ਨੇ ਚਾਹਿਆ ਤਾਂ ਕਿਤੇ ਫੇਰ ਮਿਲਾਂਗੇ, ਜਿਉਂਦੇ ਨਹੀਂ ਤਾਂ ਜ਼ਰੂਰ ਮਿਲਾਂਗੇ ਦੁੱਲਿਆ। ਤੂੰ ਉਧਰ ਨਾ, ਮਿਲੇ ਬਿਨਾਂ ਆਪਣਾ ਕੰਮ ਨਹੀਂ ਚੱਲਣਾ। ਅਖੀਰ ਸਾਨੂੰ ਇੱਕ ਹੋਣਾ ਪਏਗਾ। ਪਰ ਮੈਨੂੰ ਤਾਂ ਆਸ ਨਹੀਂ। ਤੂੰ ਤਾਂ ਕਮਲਾ ਹੈ, ਨਹੁੰਆਂ ਨਾਲੋਂ ਕਦੇ ਮਾਸ ਨਹੀਂ ਟੁੱਟਦਾ। ਇਹ ਤਾਂ ਸਾਰੇ ਅੰਗਰੇਜ਼ ਨੇ ਪਟਕ ਪਾਏ ਨੇ, ਸਾਨੂੰ ਚੁੱਕ ਚੰਬਲਾ ਕੇ ਭੂਤਲੇ ਬਣਾ ਦਿੱਤਾ। ਭਾਈ ਨੇ ਭਾਈ ਦਾ ਢਿੱਡ ਪਾੜ ਕੇ ਲੀਰਾਂ ਕਰਤੀਆਂ। ਤੁਰੋ ਏ ਸੁੱਲਿਓ, ਸਹੁਰੀ ਦੇ ਕਿਵੇਂ ਢੱਟ ਡੱਡੂ ਵਾਂਗ ਤਿੜਕ ਜਾਂਦੇ ਨੇ। ਕਾਫਲੇ ਦੇ ਨਾਲੋਂ ਨਾਲ ਪੈਦਲ ਗਸ਼ਤ ਕਰਦੇ ਫੌਜੀਆਂ ਨੇ, ਜਿਨ੍ਹਾਂ ਦੇ ਮੋਢਿਆਂ ਤੇ ਚਿੱਟੀਆਂ ਜੀਭਾਂ ਵਾਲੀਆਂ ਬੰਦੂਕਾਂ ਸਨ। ਉਹਨਾਂ ਘਾਹ ਖੁਰਚਦਿਆਂ ਨੂੰ ਬੂਟਾਂ ਨਾਲ ਠੋਰ ਆਖਿਆ, ਜਿਹੜੇ ਕਾਫਲਾ ਖਲੋਂਦਿਆਂ ਬਲਦਾਂ ਦੇ ਢਿੱਡ ਭਰਨ ਲਈ ਬਿੰਦ ਝੱਟ ਦਾ ਲਾਹਾ ਤੱਕ ਕੇ ਧਰਤੀ ਤੋਂ ਉੱਡਣੀਆਂ ਧਲੀਆਂ ਉਧੇੜਨ ਲੱਗ ਜਾਂਦੇ ਸਨ। ਮੋਹਰਿਓਂ ਕਾਫਲਾ ਸਿਰਕਣ ਲੱਗਿਆ। ਬਲਦਾਂ ਨੇ ਤਿਲਕਵੀਂ ਸਲੇਟੀ ਸੜਕ ਉੱਤੇ ਖੁਰ ਅੜਾ ਕੇ ਆਪਣੀਆਂ ਧੌਣਾਂ ਉੱਤੇ ਟੱਬਰ ਦਾ ਭਾਰ ਖਿੱਚਿਆ। ਕਿੱਲ ਦੇ ਬਲਦਾਂ ਦੀਆਂ ਅੱਖਾਂ ਜਿਵੇਂ ਚੌੜੀਆਂ ਹੋ ਕੇ ਪਾਟਣ ਲੱਗੀਆਂ ਹੋਣ ਤੇ ਗੱਡਿਆਂ ਦੇ ਪਹੀਏ ਧਰਤੀ 'ਚ ਧਸੇ ਹੋਏ ਹੋਣ। ਬੇਦਿਲ ਗਾਡੀਆਂ ਨੇ ਬਲਦਾਂ ਦੀਆਂ ਪੂਛਾਂ ਨੂੰ ਮਰੋੜੇ ਤੇ ਉਹਨਾਂ ਦੇ ਪੱਟਾਂ ਦੇ ਵਿਚਕਾਰ ਆਪਣੀਆਂ ਪ੍ਰੈਣਾਂ ਦੇ ਤਿੱਖੇ ਡੰਗ ਚੋਭੇ। ਦੇ ਪਹੀਏ ਧੁਰਾਂ ਉੱਤੇ ਮਜਬੂਰ ਫਿਰਨ ਲੱਗੇ। ਗੱਡੀਆਂ ਦੀ ਪਸਲੀ ਜੜਕਣ ਲੱਗੀ ਤੇ ਇੱਕ ਤਿੱਖੀ ਚੀਕ ਪਹੀਆਂ 'ਚੋਂ ਨਿਕਲ ਕੇ ਸਾਰੀਆਂ ਚੀਕਾਂ ਨਾਲ ਰਲਦੀ ਕਾਫਲੇ ਦੀ ਸਮੁੱਚੀ ਚੀਕ ਬਣਨ ਲੱਗੀ। ਦੁੱਲਾ ਠੋਡ ਉੱਤੇ ਪੱਬ ਧਰ ਕੇ ਇੱਕ ਬਲੂਕੀ ਨਾਲ ਗੱਡੇ ਦੀ ਗਿੱਚੀ ਉੱਤੇ ਜਾ ਬੈਠਾ। ਬਲਦਾਂ ਦੀਆਂ ਚਿੱਟੀਆਂ ਪੂਛਾਂ ਤੇ ਉਸ ਕੁੰਡਲ ਬਣਾ ਦਿੱਤੇ, ਜਿਨ੍ਹਾਂ ਤੇ ਇੱਕ ਥੱਕੀ ਹੋਈ ਕਾਲੀ ਚੌਰੀ ਮੇਲਦੀ ਸੀ। ਉਹਨੇ ਆਪਣੀਆਂ ਲਮਕਦੀਆਂ ਟੰਗਾਂ ਦੇ ਅੰਗੂਠੇ ਬਲਦਾਂ ਦੀਆਂ ਪੱਟਾਂ ਵਿਚਕਾਰ ਛੋਏ ਤੇ ਉਹਦੇ ਗੋਡੇ ਦੇ ਪਹੀਆਂ ਵਿੱਚੋਂ ਇੱਕ ਵਿੰਨਵੀਂ ਚੀਕ ਨਿਕਲ ਕੇ ਮਹਾਨ ਚੀਕ ਨਾਲ ਸੁਰ ਹੋ ਗਈ। ਮੇਰੀ ਜੇਬ 'ਚ 3 ਰੁਪਏ 7 ਆਨੇ ਸਨ। 1.25 ਰੁਪਇਆ ਮੈਂ ਕਿਰਾਇਆ ਦੇਣਾ ਸੀ। ਮੈਂ ਤੁਰਦੇ 2 ਰੁਪਏ ਦਾ ਨੋਟ ਜੈਨਬ ਦੀ ਤਲੀ ਦੇ ਵਿੱਚ ਦੇ ਕੇ ਉਹਦੀਆਂ ਡੱਕਿਆਂ ਵਰਗੀਆਂ ਪਤਲੀਆਂ ਤੇ ਸੁੱਕੀਆਂ ਉਂਗਲਾਂ ਮੀਟਣ ਲੱਗਿਆ। ਵੀਰ ਤੂੰ ਰਹਿਣ ਦੇ, ਖੇਚਲ ਨਾ ਕਰ। ਫੜ ਲੈ ਮੇਰੀ ਭੈਣ, ਖੇਚਲ ਕਾਹਦੀ ਏ? ਮੈਂ ਤੇਰਾ ਵੀਰ ਨਹੀਂ। ਮੇਰਾ ਦਿਲ ਉਖੜ ਕੇ ਸੰਗ ਵਿਚਕਾਰ ਅੜ ਗਿਆ। ਮੈਥੋਂ ਖੁੱਲ੍ਹ ਕੇ ਬੋਲ ਨਾ ਹੋਇਆ। ਮੇਰੀਆਂ ਅੱਖਾਂ 'ਚ ਕੁਝ ਇਸ ਤਰ੍ਹਾਂ ਸੀ ਜਿਵੇਂ ਮੈਂ ਧੁੰਦਲੇ ਸ਼ੀਸ਼ਿਆਂ 'ਚ ਤੱਕਦਾ। ਚੰਗਾ ਵੀਰ, ਮਿੰਦੋ ਤੇ ਪ੍ਰੀਤੋ ਨੂੰ ਮੇਰਾ ਸਲਾਮ ਆਖੀ। ਜੈਨਬ ਨੇ ਮੇਰੀਆਂ ਭੈਣਾਂ ਵੱਲ ਸੁਨੇਹਾ ਦਿੱਤਾ ਤੇ ਨਾਲੇ ਉਹਨਾਂ ਵਿਹੜਿਆਂ ਨੂੰ ਜਿੱਥੇ ਨੂੰ ਮੇਰੀਆਂ ਆਂਦਰਾਂ ਭੱਜ ਜਾਂਦੀਆਂ ਨੇ। ਸਾਡੇ ਪਿਛੋਕੜਲੇ ਵਿਹੜੇ ਵਿਚਲੇ ਅੰਬ ਦੇ ਟੂਸੇ ਦੀਆਂ ਜੜ੍ਹਾਂ 'ਚ ਕਿਤੇ ਪਾਣੀ ਪਵਾ ਦਿਆ ਕਰੀ। ਉਹਦੀ ਚੱਕਲੀ ਮੈਂ ਬੜੇ ਮਲ੍ਹਾਰਾਂ ਨਾਲ ਆਪ ਲਾਈ ਸੀ। ਉਹਦੇ ਲਿਚ ਕਰਦੇ ਵੈਂਗਣੀ ਪੱਤੇ ਕਿਤੇ ਸੁੱਕ ਕੇ ਭੁਰ ਨਾ ਜਾਣ।
ਜ਼ੈਨਬ ਕਹਿੰਦੀ ਗਈ, ਜਿਵੇਂ ਰੋਗੀ ਲੰਮਿਆਂ ਸਾਹਾਂ ਉੱਤੇ ਆ ਕੇ ਅਵਾ ਤਵਾ ਬੁੜਬੁੜਾਉਂਦਾ। ਸ਼ਮੀ ਸੰਝ ਦਾ ਥੱਕਿਆ ਸੂਰਜ ਪੱਛਮ ਦੀ ਗੁੱਠ ਉੱਤੇ ਕੋਡਾ ਹੋ ਗਿਆ ਤੇ ਇੱਕ ਇੱਕ ਕਰਕੇ ਗੱਡਿਆਂ ਦੀ ਲੰਮੀ ਜੰਜੀਰ ਮੇਰੇ ਕੋਲੋਂ ਸਰਕਦੀ ਮੁੱਕ ਗਈ। ਯਾਦ ਹੈ ਗੁਲ ਖਿੜਾਏ ਜਿਹੜੇ, ਹੋਰ ਚਿਰਾਗ ਬੁਝਾਉਣੇ ਕਿਹੜੇ, ਪਾਉਣੇ ਨਵੇਂ ਪੁਆੜੇ, ਬਾਹਰੋਂ ਦਿਸਦੇ ਪਾਕ ਨਮੂਨੇ, ਜਾਪੇ ਪਏ ਸ਼ੈਤਾਨ ਦੀ ਜੂਨੇ, ਲਾਓ ਬਹਿਸ਼ਤੀ ਲਾਰੇ, ਪਾਣੀ 5 ਦਰਿਆ ਦੇ ਵੰਡੇ, ਕੁਝ ਇੱਧਰ ਕੁਝ ਉੱਧਰ ਟੰਗੇ, ਅੱਧ ਵਿਚਕਾਰੋਂ ਪਾੜੇ। ਹਰਭਜਨ ਸਿੰਘ ਹੁੰਦਲ। ਧੰਨਵਾਦ। ਸ਼ਮਸ਼ ਨਗਮਾਨ ਦੀ ਕਹਾਣੀ ਹੈ ਧਰਤੀ ਦੇ ਅਥਰੂ। ਨੰਗੇ ਦਰਖਤਾਂ ਦੀਆਂ ਸੁੱਕੀਆਂ ਟਾਹਣੀਆਂ ਹਵਾ ਦੇ ਤੇਜ਼ ਝੱਖੜਾਂ ਨਾਲ ਕੰਬ ਉੱਠੀਆਂ ਤੇ ਨਾਲ ਹੀ ਚੁੱਪ ਕਰਕੇ ਦੁਪਹਿਰ ਨੇ ਆਪਣੇ ਮੂੰਹ ਤੇ ਘੁੰਡ ਸੁੱਟ ਲਿਆ। ਤੇ ਫੇਰ ਉਹ ਸ਼ਾਮ ਇੰਨੀ ਕੁ ਉਦਾਸ ਹੋ ਗਈ ਕਿ ਮੈਨੂੰ ਇੰਝ ਜਾਪਿਆ ਕਿ ਗਮਗੀਨ ਕਹਾਣੀਆਂ ਦੀ ਦੇਵੀ ਮੁਲਮੇਨ ਪੁਰਾਣੇ ਯੂਨਾਨ ਦੇ ਖੰਡਰਾਂ ਵਿੱਚੋਂ ਉੱਠ ਕੇ ਆ ਗਈ ਹੋਵੇ। ਐਤਕੀ ਉਹਨੇ ਇਹੋ ਜਿਹੀ ਦੁਖੀ ਕਹਾਣੀ ਸੁਣਾਈ ਹੋਵੇ ਜਿਹਨੂੰ ਸੁਣ ਕੇ ਧਰਤੀ, ਜਿਹਦੀ ਹਿੱਕ ਤੋਂ 5 ਦਰਿਆਵਾਂ ਦਾ ਪਾਣੀ ਇੱਕ ਰੋਗੀ ਦੀ ਅੱਖ ਵਾਂਗ ਵਗਦਾ ਰਹਿੰਦਾ ਹੈ, ਸੋਚ ਦੇ ਖੂਹ 'ਚ ਜਾ ਪਈ ਹੋਵੇ। ਰੱਬ ਜਾਣੇ ਇਸ ਧਰਤੀ ਦੇ ਸੀਨੇ 'ਚ ਗਮ ਦੀਆਂ ਕਿੰਨੀਆਂ ਕੁ ਤਹਿਵਾਂ ਨੇ। ਇਹਦੇ ਸੀਨੇ 'ਚ ਰੜਕਦੇ ਦੁੱਖ ਤੇ ਕਿਸੇ ਨੇ ਵੀ ਨਹੀਂ ਫੋਲੇ। ਮੈਨੂੰ ਇੰਝ ਜਾਪਦਾ ਹੈ ਇਹ ਧਰਤੀ ਰੋਂਦੀ ਰਹਿੰਦੀ ਏ ਤੇ ਇਹਦੇ ਅਥਰੂ ਦਰਿਆ ਬਣ ਕੇ ਇਹਦੀ ਛਾਤੀ ਤੇ ਉੱਭਰ ਆਉਂਦੇ ਨੇ। ਇਸ ਧਰਤੀ ਦੇ ਸੀਨੇ 'ਚ ਗੁੱਝੀਆਂ ਪੀੜਾਂ ਨੇ, ਨਹੀਂ ਤਾਂ ਹੱਸਦੀ ਖੇਡਦੀ ਧਰਤੀ ਕਦੀ ਵੀ ਉਦਾਸ ਨਹੀਂ ਸੀ ਹੋਈ। ਮੈਨੂੰ ਚੰਗੀ ਤਰ੍ਹਾਂ ਯਾਦ ਏ ਕਿ ਮੈਂ ਅਜੇ ਬਹੁਤ ਹੀ ਨਿੱਕਾ ਜਿਹਾ ਹੁੰਦਾ ਸੀ, ਇੰਨਾ ਕੁ ਨਿੱਕਾ ਕਿ ਜਦੋਂ ਸਿਵਾਏ ਖੇਡਣ ਦੇ ਤੇ ਜ਼ਿੱਦ ਕਰਨ ਦੇ ਮੈਨੂੰ ਹੋਰ ਕੋਈ ਕੰਮ ਨਹੀਂ ਸੀ ਹੁੰਦਾ। ਉਦੋਂ ਇਸ ਧਰਤੀ ਤੇ ਠੰਡੀਆਂ ਹਵਾਵਾਂ ਵੀ ਚੱਲਦੀਆਂ ਹੁੰਦੀਆਂ ਸਨ ਤੇ ਨਿੰਮ ਤੇ ਧਰੇਕ ਦੀ ਛਾਂ ਥੱਲੇ ਚਰਖੇ ਦੀ ਘੂਕ ਤੇ ਅੰਬ ਦੇ ਪੱਤਿਆਂ ਵਿੱਚ ਕੋਇਲ ਦੀ ਕੂਕ ਸਾਂਝੀਆਂ ਉੱਠਦੀਆਂ ਸਨ। ਟਾਹਲੀਆਂ ਦੀਆਂ ਛਾਵਾਂ ਥੱਲਿਓਂ ਪੀਂਘਾਂ ਦੇ ਹੁਲਾਰੇ ਅਸਮਾਨ ਨਾਲ ਗੱਲਾਂ ਕਰਦੇ ਹੁੰਦੇ ਸਨ। ਉਦੋਂ ਮੈਂ ਨਿੱਕਾ ਜਿਹਾ ਅਣਜਾਣ ਤੇ ਸ਼ੈਤਾਨ ਬਾਲ ਹੀ ਸਾਂ। ਪਰ ਮੈਨੂੰ ਇਹ ਚੰਗੀ ਤਰ੍ਹਾਂ ਯਾਦ ਹੈ ਕਿ ਉਦੋਂ ਇੱਥੇ ਮੰਦਰ ਵੀ ਸਨ, ਗੁਰਦੁਆਰੇ ਵੀ ਸਨ ਤੇ ਮਸਜਿਦਾਂ ਵੀ ਆਬਾਦ ਸਨ। ਉਦੋਂ ਇਸ ਧਰਤੀ ਤੇ ਕਿਸਾਨਾਂ ਦੇ ਹਾਸੇ ਬਹੁਤ ਹੀ ਗੂੜੇ ਤੇ ਉੱਚੇ ਸਨ। ਇੰਝ ਜਾਪਦਾ ਸੀ ਜਿਵੇਂ ਖੇਤ ਗਾਉਂਦੇ ਹੁੰਦੇ ਸਨ ਤੇ ਫਸਲਾਂ ਪਹਿਲਾਂ ਪਾਉਂਦੀਆਂ ਹੁੰਦੀਆਂ ਸਨ। ਮੈਨੂੰ ਅੱਜ ਵੀ ਯਾਦ ਹੈ ਤੇ ਕੱਲ੍ਹ ਵੀ ਇਹ ਯਾਦ ਮੇਰੇ ਸੀਨੇ 'ਚ ਰੜਕਦੀ ਰਹੇਗੀ ਕਿ ਉਦੋਂ ਇਹ ਧਰਤੀ ਬਹੁਤ ਹੀ ਖੁਸ਼ ਹੁੰਦੀ ਸੀ। ਇਹਦੇ ਗੱਭਰੂ ਜਵਾਨ ਇੱਕ ਦੂਜੇ ਪਰ ਮਰ ਮੁੱਕਣ ਵਾਸਤੇ ਇੱਕ ਹੋ ਜਾਂਦੇ ਸਨ, ਪਰ ਮੈਂ ਤੇ ਬਹੁਤ ਹੀ ਨਿੱਕਾ ਜਿਹਾ ਹੁੰਦਾ। ਇਹ ਗੱਲ ਤੇ ਮੈਂ ਹੁਣ ਸੋਚਦਾ ਵਾਂ, ਉਦੋਂ ਤਾਂ ਮੈਨੂੰ ਇੱਕੋ ਗੱਲ ਆਉਂਦੀ ਸੀ, ਗੁਆਂਢੀਆਂ ਦੀ ਛੋਟੀ ਕੁੜੀ ਸਰਲਾ ਦੀ ਗੁੱਤ ਪੁੱਟਣੀ ਤੇ ਉਹਦੇ ਵਾਲਾਂ ਦੇ ਗੁੱਛਿਆਂ ਵਿੱਚ ਸਰੋਂ ਦੇ ਬਸੰਤੀ ਫੁੱਲ ਲਾਣੇ। ਤੇ ਉਸ ਨਿੱਕੀ ਜਿਹੀ ਸ਼ੈਤਾਨ ਕੁੜੀ ਨੂੰ ਵੀ ਇੱਕੋ ਗੱਲ ਸੋਚਦੀ ਸੀ, ਮੇਰੇ ਹੱਥ ਤੇ ਚੱਕ ਵੱਢਣਾ। ਜੇ ਮੈਂ ਚੀਜ਼ ਮੰਗਣੀ ਤਾਂ ਮੂੰਹ ਚੜਾ ਕੇ ਆਪਣੀ ਜੀਭ ਵਿਖਾ ਕੇ ਭੱਜ ਉੱਠਣਾ। ਫਿਰ ਉਹ ਅੱਗੇ ਅੱਗੇ ਹੁੰਦੀ ਤੇ ਮੈਂ ਪਿੱਛੇ ਪਿੱਛੇ। ਉਹ ਮੰਦਰ ਦੇ ਪਿਛਵਾੜੇ ਉੱਗੀ ਹੋਏ ਅੰਬਾਂ ਦੀਆਂ ਟਾਹਣੀਆਂ 'ਚ ਲੁਕ ਜਾਂਦੀ ਤੇ ਮੈਂ ਮੰਦਰ ਦੀਆਂ ਪੌੜੀਆਂ ਤੇ ਥੱਕ ਕੇ ਬਹਿ ਜਾਂਦਾ। ਭਗਵਾਨ ਦੀ ਮੂਰਤੀ ਅੱਗੇ ਝੁਕੇ ਹੋਏ ਪੁਜਾਰੀ ਨੂੰ ਆਖਦਾ, ਆਪਣੇ ਭਗਵਾਨ ਨੂੰ ਪੁੱਛੋ ਮੇਰੀ ਸਰਲਾ ਕਿੱਥੇ? ਤੇ ਪੁਜਾਰੀ ਦੇ ਬੋਲਣ ਤੋਂ ਪਹਿਲਾਂ ਹੀ ਉਹਦੀ ਆਵਾਜ਼ ਮੇਰੇ ਕੰਨਾਂ 'ਚ ਗੂੰਜਦੀ, ਰਾਜੇ ਤੇਰੀ ਰਾਣੀ ਕਿੱਥੇ? ਤੇਰੀ ਮੇਰੀ ਕੱਟੀ। ਮੈਂ ਉੱਚੀ ਸਾਰੀ ਆਖਦਾ ਤੇ ਉਹ ਕਹਿੰਦੀ, ਕੱਟੀ ਏ ਤੇ ਕੱਟੀ ਸਹੀ। ਇਹਦੇ ਨਾਲ ਹੀ ਛਾਲਾ ਮਾਰਦੀ ਮੇਰੇ ਸਾਹਮਣੇ ਆ ਖਲੋਂਦੀ। ਮੈਂ ਝੂਠ ਮੂਠ ਰੁੱਸ ਜਾਂਦਾ ਤੇ ਉਹ ਵੀ ਰੁੱਸ ਜਾਂਦੀ। ਇਹ ਝੂਠੇ ਰੋਸੇ ਆਪਣੇ ਆਪ ਹੀ ਟੁੱਟ ਜਾਂਦੇ ਜਦੋਂ ਦੂਜੇ ਦਿਨ ਉਹਦੇ ਮਾਤਾ ਜੀ ਸਾਡੇ ਘਰ ਆਉਂਦੇ ਤੇ ਨਾਲ ਉਹ ਵੀ ਹੁੰਦੇ। ਫੇਰ ਇੰਝ ਹੁੰਦਾ ਕਿ ਉਹਦੀ ਮਾਤਾ ਜੀ ਤੇ ਮੇਰੇ ਮਾਤਾ ਜੀ ਰਲ ਕੇ ਨਾਲ ਦੇ ਘਰ ਪ੍ਰਤਾਪ ਸਿੰਘ ਦੀ ਖਬਰ ਲੈਣ ਜਾਂਦੀਆਂ। ਪ੍ਰਤਾਪ ਸਿੰਘ ਹਰ ਵੇਲੇ ਬਿਮਾਰ ਰਹਿੰਦਾ ਸੀ। ਉਹਦੀ ਬਿਮਾਰੀ ਪਤਾ ਨਹੀਂ ਕੀ ਸੀ, ਪਰ ਇੰਨਾ ਪਤਾ ਹੈ ਕਿ ਉਹਦੀ ਖਬਰ ਲੈਣ ਲਈ ਇਹ ਦੋਵੇਂ ਦੂਜੇ ਤੀਜੇ ਦਿਨ ਜ਼ਰੂਰ ਜਾਂਦੀਆਂ ਸੀ। ਅਸੀਂ ਦੋਵੇਂ ਕਿੰਨੀ ਦੇਰ ਚੁੱਪ ਚੁਪੀਤੇ ਰਹਿੰਦੇ, ਇੱਕ ਦੂਜੇ ਵੱਲ ਵੇਖਦੇ ਰਹਿੰਦੇ। ਫਿਰ ਆਪ ਹੀ ਆਪ ਹੱਸ ਪੈਂਦੇ ਤੇ ਰੋਬ ਨਾਲ ਪੁੱਛਦੀ, ਸਾਡੇ ਨਾਲ ਬੋਲਣਾ ਕਿ ਨਹੀਂ? ਨਹੀਂ, ਮੈਂ ਉਹਦੀ ਗੁੱਤ ਜ਼ੋਰ ਨਾਲ ਖਿੱਚ ਕੇ ਆਖਦਾ, ਨਹੀਂ ਤੇ ਨਾ ਸਹੀ। ਉਹ ਛੇਤੀ ਨਾਲ ਇੱਕ ਚੱਕ ਮੇਰੀ ਬਾਂਹ ਤੇ ਵੱਢ ਕੇ ਭੱਜ ਉੱਠਦੀ ਤੇ ਮੈਂ ਉਹਦੇ ਮਗਰ ਹੋ ਜਾਂਦਾ। ਮੈਨੂੰ ਚੰਗੀ ਤਰ੍ਹਾਂ ਚੇਤੇ ਹੈ ਕਿ ਸਾਡੀ ਉਸ ਖੇਡ ਨੂੰ ਵੇਖ ਕੇ ਧਰਤੀ ਨੂੰ ਬਹੁਤ ਹਾਸਾ ਆਉਂਦਾ। ਇਹਦੇ ਹਾਸੇ ਸੂਰਜ ਦੀਆਂ ਕਿਰਨਾਂ ਨਾਲ ਹੋਰ ਵੀ ਗੂੜੇ ਹੋ ਜਾਂਦੇ ਤੇ ਇਹਦੀ ਛਾਤੀ ਤੇ ਕਈ ਰੰਗਾਂ ਦੇ ਫੁੱਲ ਟਹਿਕ ਉੱਠਦੇ। ਪਰ ਅੱਜ ਇਹ ਧਰਤੀ ਅੱਗੇ ਨਾਲੋਂ ਵੱਧ ਉਦਾਸ ਜਾਪਦੀ ਏ। ਹੋ ਸਕਦਾ ਇਹਦੀ ਛਾਤੀ ਤੇ ਜੰਮੇ ਹੋਏ
ਇਹਦੇ ਪੁਰਾਣੇ ਵਾਸੀਆਂ ਦੇ ਕਦਮਾਂ ਦੇ ਨਿਸ਼ਾਨ ਉਘੜ ਆਏ ਹੋਣ ਤੇ ਤਿੱਖੀਆਂ ਸੂਲਾਂ ਬਣ ਕੇ ਇਹਦੀ ਛਾਤੀ 'ਚ ਚੁਭਦੇ ਹੋਣ। ਰਾਜੇ ਤੇਰੀ ਰਾਣੀ ਕਿੱਥੇ ਈ ਦੀਆਂ ਆਵਾਜ਼ਾਂ ਅੱਜ ਵੀ ਇਹਦੀਆਂ ਹਵਾਵਾਂ 'ਚ ਉੱਭਰਦੀਆਂ ਨੇ ਤੇ ਮੇਰੇ ਆਲੇ ਦੁਆਲੇ ਦੁਖੀ ਗੀਤ ਬਣ ਕੇ ਗੂੰਜ ਰਹੀਆਂ ਨੇ। ਮੇਰੇ ਦੁਖੀ ਗੀਤ ਵੀ ਇਸ ਧਰਤੀ ਦੇ ਉੱਭੇ ਸਾਹਾਂ ਨਾਲ ਮਿਲਦੇ ਨੇ। ਮੈਨੂੰ ਤਾਂ ਇੱਕ ਸਰਲਾ ਦੀ ਯਾਦ ਹੀ ਨਹੀਂ ਚੈਨ ਲੈਣ ਦਿੰਦੀ ਤੇ ਇਸ ਧਰਤੀ ਨੂੰ ਤੇ ਲੱਖਾਂ ਰਾਜਿਆਂ ਤੇ ਰਾਣੀਆਂ ਦੀ ਯਾਦ ਸਤਾਉਂਦੀ ਹੋਏਗੀ, ਜਿਹੜੇ ਇਹਦੀ ਛਾਤੀ ਤੇ ਧੁੱਪ ਛਾਂ ਦੀ ਪਰਵਾਹ ਕੀਤੇ ਬਿਨਾਂ ਇੱਕ ਦੂਜੇ ਦੇ ਅੱਗੇ ਪਿੱਛੇ ਭੱਜਦੇ ਹੁੰਦੇ ਸਨ। ਤੇ ਉਹ ਕਰਮ ਸਿੰਘ ਤੇ ਗੁਲਾਮ ਮੁਹੰਮਦ ਵਰਗੇ ਗੱਭਰੂ ਜ਼ੁਬਾਨ ਵੀ ਨਹੀਂ ਭੁੱਲੇ ਹੋਣਗੇ, ਜਿਨ੍ਹਾਂ ਨੇ ਇਹਦੀ ਮਿੱਟੀ ਨੂੰ ਚੁੰਮ ਕੇ ਇੱਕ ਦੂਜੇ ਦਾ ਸਾਥ ਦੇਣ ਦਾ ਵਚਨ ਦਿੱਤਾ ਸੀ। ਇਹਨੂੰ ਨੂਰਦੀਨ ਤੇ ਰਾਮਨਾਥ ਵਰਗੇ ਬੰਦੇ ਵੀ ਨਹੀਂ ਭੁੱਲੇ ਹੋਣਗੇ, ਜਿਨ੍ਹਾਂ ਨੇ ਇਹਦੀ ਮਿੱਟੀ ਦੀ ਸਹੁੰ ਖਾ ਕੇ ਇੱਕ ਦੂਜੇ ਨਾਲ ਭਾਈਚਾਰਾ ਪਾਇਆ ਸੀ। ਫਿਰ ਉਹ ਦਿਨ ਵੀ ਆ ਗਏ ਜਦੋਂ ਨਿੰਮ ਤੇ ਧਰੇਕ ਦੇ ਰੁੱਖਾਂ ਦੀਆਂ ਠੰਡੀਆਂ ਛਾਵਾਂ ਸੜ ਕੇ ਸੁਆਹ ਹੋ ਗਈਆਂ ਤੇ ਚਰਖੇ ਦੀਆਂ ਘੂਕਾਂ ਦੀ ਥਾਂ ਇਨਸਾਨਾਂ ਦੀਆਂ ਚੀਕਾਂ ਉੱਭਰੀਆਂ। ਤੇ ਉਹ ਵੀ ਦਿਨ ਸਨ ਜਦੋਂ ਕਰਮ ਸਿੰਘ ਦੀ ਨੰਗੀ ਤਲਵਾਰ ਗੁਲਾਮ ਮੁਹੰਮਦ ਦੇ ਖੂਨ ਦੀ ਪਿਆਸੀ ਹੋ ਗਈ ਤੇ ਕਰਮ ਸਿੰਘ ਨੇ ਰਾਮਨਾਥ ਨਾਲ ਮਿਲ ਕੇ ਗੁਲਾਮ ਮੁਹੰਮਦ ਦਾ ਲਹੂ ਇਸ ਧਰਤੀ ਦੇ ਸੀਨੇ 'ਚ ਮਿਲਾਇਆ ਸੀ। ਉਹ ਰਾਮਨਾਥ ਜਿਹਨੂੰ ਗੁਲਾਮ ਮੁਹੰਮਦ ਨੇ ਸਾਰੀ ਜ਼ਮੀਨ ਵਾਹੀ ਵਾਸਤੇ ਦੇ ਛੱਡੀ ਸੀ। ਇਹ ਧਰਤੀ ਕਿਉਂ ਨਾ ਰੋਵੇ? ਇਸ ਧਰਤੀ ਨੂੰ ਤੇ ਚੀਕਾਂ ਮਾਰਨੀਆਂ ਚਾਹੀਦੀਆਂ ਨੇ, ਪਰ ਇਹ ਝੱਲੀ ਤੇ ਚੁੱਪ ਚੁਪੀਤੀ ਰੋਂਦੀ ਰਹਿੰਦੀ ਹੈ। ਹੁਣ ਇਹ ਧਰਤੀ ਕਿੰਝ ਖੁਸ਼ ਹੋਵੇ? ਇਹਦੇ ਸੋਚ ਕਿਸ ਤਰ੍ਹਾਂ ਮਿਟੇ? ਇਹ ਧਰਤੀ ਕਿਉਂ ਨਾ ਹੌਕੇ ਭਰੇ ਤੇ ਅਥਰੂ ਘੇਰੇ? ਇਹਦੇ ਹੌਕਿਆਂ 'ਚ ਲਾਜਵੰਤੀ ਦੀਆਂ ਚੀਕਾਂ ਤੇ ਨੂਰਾਂ ਦੀਆਂ ਪੁਕਾਰਾਂ ਨੇ, ਜਿਨ੍ਹਾਂ ਦੇ ਨੰਗੇ ਪਿੰਡਿਆਂ ਤੇ ਕਈ ਲੋਕ ਭੁੱਖੇ ਦਰਿੰਦਿਆਂ ਵਾਂਗ ਚੱਕ ਵੱਢਦੇ ਰਹੇ ਤੇ ਉਹਨਾਂ ਨੂੰ ਕੋਈ ਵੀ ਛੁਡਾ ਨਾ ਸਕਿਆ। ਲੱਖਾਂ ਨੂਰਾਂ, ਲੱਖਾਂ ਲਾਜਵੰਤੀਆਂ, ਲੱਖਾਂ ਗੁਲਾਮ ਮੁਹੰਮਦ ਤੇ ਲੱਖਾਂ ਕਰਮ ਸਿੰਘ, ਲੱਖਾਂ ਨੂਰਦੀਨ ਤੇ ਲੱਖਾਂ ਰਾਮਨਾਥ, ਤੇ ਇਸ ਧਰਤੀ ਨੂੰ ਇਹਨਾਂ ਦਾ ਲਹੂ ਪੀਣਾ ਪਿਆ। ਇਹ ਧਰਤੀ ਚੁੱਪ ਚੁਪੀਤੀ ਲਹੂ ਪੀਂਦੀ ਰਹੀ ਤੇ ਉਹ ਲਹੂ ਛਾਲੇ ਬਣ ਕੇ ਇਹਦੇ ਸੀਨੇ 'ਚੋਂ ਸਿਮਦਾ ਰਿਹਾ। ਪਰ ਸ਼ਾਮਾਂ ਕਿਉਂ ਉਦਾਸ ਹੁੰਦੀਆਂ ਨੇ? ਤੇ ਇਹ ਸ਼ਾਮ, ਅੱਜ ਦੀ ਸ਼ਾਮ, ਉਦਾਸ ਸ਼ਾਮ ਸਭ ਕੋਲੋਂ ਜ਼ਿਆਦਾ ਕਿਉਂ ਹੈ? ਯੂਨਾਨ ਦੇ ਖੰਡਰਾਂ ਤੇ ਰੋਮ ਦੇ ਉੱਜੜੇ ਹੋਏ ਪੁਰਾਣੇ ਸ਼ਹਿਰਾਂ ਦੀ ਸਾਰੀ ਡਰਾਉਣੀ ਉਦਾਸੀ ਇਹਦੀ ਕੁੱਛੜ 'ਚ ਕਿਉਂ ਆ ਬੈਠੀ ਹੈ? ਮੈਂ ਉਹੀ ਸੋਚਦਾ ਪਿਆ ਵਾਂ। ਇਹ ਲੋਕ ਜਿਹੜੇ ਨੀਵੀਂ ਪਾ ਕੇ ਲੰਘਦੇ ਪਏ ਨੇ, ਇਹ ਬੱਚੇ ਸੜਕ ਦੇ ਕੰਢੇ ਬੈਠੇ ਹੋਏ ਨੇ, ਹਰ ਆਉਣ ਜਾਣ ਵਾਲੇ ਨੂੰ ਹਸਰਤ ਨਾਲ ਵੇਖਦੇ ਨੇ, ਇਹ ਮਜ਼ਦੂਰ ਜਿਹੜੇ ਉਸ ਵੱਡੀ ਸਾਰੀ ਇਮਾਰਤ ਤੋਂ ਥੱਲੇ ਉਤਰਦੇ, ਇਹ ਸਭ ਚੁੱਪ ਕਿਉਂ ਨੇ? ਇਹ ਕਾਰਾਂ 'ਚ ਬੈਠੇ ਹੋਏ ਲੋਕਾਂ ਦੇ ਹਾਸੇ ਇੱਕਦਮ ਟੁੱਟ ਕਿਉਂ ਜਾਂਦੇ ਨੇ? ਇਹ ਤੰਗ ਕੱਪੜਿਆਂ 'ਚ ਫਸੀ ਹੋਈ ਸੋਹਣੀ ਜਿਹੀ ਜਵਾਨ ਕੁੜੀ ਉਸ ਮੱਕਾਰ ਬਦਸ਼ਕਲ ਬੰਦੇ ਨਾਲ ਹੱਸ-ਹੱਸ ਕੇ ਗੱਲਾਂ ਕਰਦਿਆਂ ਇੱਕਦਮ ਚੁੱਪ ਤੇ ਉਦਾਸ ਕਿਉਂ ਹੋ ਗਈ? ਉਸ ਬੰਦੇ ਨੇ ਦੌੜ ਕੇ ਸੜਕ ਦੇ ਦੂਜੇ ਕੰਢੇ ਖਲੋਤੇ ਹੋਏ ਬੰਦੇ ਨਾਲ ਕੀ ਗੱਲ ਕੀਤੀ ਹੈ? ਤੇ ਉਸ ਬੁੱਢੇ ਦੀਆਂ ਰਗਾਂ ਕਿਉਂ ਫੁੱਲੀਆਂ ਹੋਈਆਂ ਨੇ, ਜਿਹਨੂੰ ਇੱਕ ਕਾਰਖਾਨੇ ਦੇ ਬੂਹੇ 'ਚ ਧੱਕੇ ਖਾਂਦੇ ਵੇਖਿਆ ਸੀ? ਉਸ ਅਵਾਰਾ ਕੁੱਤੇ ਦੇ ਪੈਰਾਂ 'ਚ ਬਾਸੀ ਰੋਟੀ ਦੇ ਟੁਕੜੇ ਵੱਲ ਵੇਖ ਕੇ ਉਸ ਮਾਈ ਰੱਬ ਕੋਲੋਂ ਕੀ ਪੁੱਛਿਆ ਹੈ? ਤੇ ਇਹ ਧਰਤੀ ਤੇ ਮੈਂ, ਅਸੀਂ ਦੋਵੇਂ ਕਿਉਂ ਰੋਂਦੇ ਪਏ ਹਾਂ? ਮੇਰੇ ਅਥਰੂ ਧਰਤੀ 'ਚ ਸਮਾਉਂਦੇ ਪਏ ਨੇ ਤੇ ਧਰਤੀ ਦੇ ਅਥਰੂ ਡੁੱਬਦੀ ਸ਼ਾਮ ਦੀ ਸਿਆਹੀ 'ਚ ਘੁਲਦੇ ਪਏ ਨੇ। ਤੇ ਇਹ ਸ਼ਾਮ ਉਦਾਸ ਕਿਉਂ ਹੈ? ਹੋਰ ਸ਼ਾਇਰਾਂ ਚੱਕੀਆਂ ਝੋਤੀਆਂ ਨੇ, ਗਲਾ ਪੀਠਿਆ ਵਿੱਚ ਖਰਾਸ ਦੇ ਮੈਂ ਵਾਰਿਸ ਸ਼ਾਹ। ਧੰਨਵਾਦ।